ਕਿਰਪਾ ਬਖਸ਼ਿਸ਼ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੇ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਨਾਨਕ ਨਾਉ ਖੁਦਾਏ ਕਾ ਦਿਲ ਹਛੈ ਮੁਖ ਲੇਹੋ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਆਪ ਨਰਾਇਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ ਰਾਗ ਮਾਝ ਕੀ ਵਾਰ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 140 ਉੱਪਰ ਸੁਭਾਏਮਾਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹਨਾਂ ਬਚਨਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਹੱਲਾ ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਹਰ ਸ਼ਬਦ ਨੂੰ ਉਚਾਰਨ ਦਾ ਕੋਈ ਕਾਰਨ ਹੁੰਦਾ, ਕੋਈ ਬਹਾਨਾ ਬਣਦਾ, ਤੇ ਇਹ ਸ਼ਬਦ ਹੀ ਉਥਾਨਕਾ ਦੇ ਮੁਤਾਬਕ ਦੱਸਦੇ ਹਨ ਕਿ ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਈ ਨਦੀ ਤੋਂ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ, ਅਤੇ ਤੜਕੇ ਤੜਕੇ ਇੱਕ ਕਾਜੀ ਜਿਹੜਾ ਹੈ ਉਹ ਇੱਕ ਮੁਰਗੀ ਨੂੰ ਕਤਲ ਕਰ ਰਿਹਾ ਖਾਣ ਵਾਸਤੇ। ਜਿਸ ਵੇਲੇ ਕਹਿੰਦੇ ਸਤਿਗੁਰੂ ਨਾਨਕ ਜੀ ਵਾਪਸ ਆ ਰਹੇ ਨੇ, ਜਦੋਂ ਉਹਨਾਂ ਨੇ ਐਸੀ ਹਾਲਤ ਵੇਖੀ, ਜਦੋਂ ਉਸਨੇ ਗੁਰੂ ਪਿਆਰਿਓ ਉਸ ਮੁਰਗੀ ਨੂੰ ਕੱਟਿਆ ਅਤੇ ਉਹਦੇ ਛਿੱਟੇ ਬੁੜ ਕੇ ਉਸਦੇ ਕੱਪੜਿਆਂ 'ਤੇ ਪੈ ਗਏ। ਅਤੇ ਮੁਸਲਮਾਨ ਮੱਤ ਵਿੱਚ ਇਹ ਖਿਆਲ ਹੈ ਕਿ ਜਿਹੜੇ ਕੱਪੜੇ 'ਤੇ ਖੂਨ ਲੱਗ ਜਾਵੇ ਉਹ ਕੱਪੜਾ ਪਾਉਣ ਯੋਗ ਨਹੀਂ ਰਹਿੰਦਾ, ਉਹ ਕੱਪੜਾ ਪਲੀਤ ਹੋ ਜਾਂਦਾ, ਗੰਦਾ ਹੋ ਜਾਂਦਾ। ਉਸ ਜਾਮੇ ਨੂੰ, ਉਹ ਚੋਲੇ ਨੂੰ ਸਿੱਟ ਦਿੰਦੇ ਹਨ, ਉਸ ਕੱਪੜੇ ਨੂੰ ਸਿੱਟ ਦਿੰਦੇ ਆ। ਅਤੇ ਜਿਸ ਵੇਲੇ ਇਸ ਕਾਜੀ ਦੇ ਕੱਪੜਿਆਂ ਉੱਤੇ ਖੂਨ ਪੈ ਗਿਆ ਅਤੇ ਫਿਰ ਇਹ ਉਸ ਦਾ ਪਛਤਾਪ ਕਰਨ ਲੱਗਿਆ। ਅਤੇ ਜਿਸ ਵੇਲੇ ਇਹ ਕੌਤਕ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ, ਅਤੇ ਫਿਰ ਕਾਜੀ ਨੂੰ ਕਹਿੰਦੇ ਹਨ ਕਿ ਤੂੰ ਮੁਰਗੀ ਵੱਢੀ, ਇਹਦਾ ਖੂਨ ਕੱਪੜਿਆਂ 'ਤੇ ਲੱਗ ਗਿਆ, ਛਿੱਟੇ ਲੱਗ ਗਏ, ਇਹ ਕੱਪੜਾ ਪਾਉਣ ਦੇ ਕੰਮ ਦਾ ਨਹੀਂ ਰਿਹਾ। ਅਤੇ ਜਿਹੜੇ ਸਰੀਰ ਰੂਪੀ ਕੱਪੜੇ ਵਿੱਚ ਹਿਰਦੇ ਵਿੱਚ ਇਹ ਮੁਰਗੀ ਜਾਣੀ ਹੈ, ਸਾਰੀ ਖਾ ਲੈਣੀ ਹੈ ਤੂੰ,
इस मुर्गी का खून पी जाना है, इसका मांस नूं खा जाना है, वो हिरदा किवें पवित्र रहेगा। जे रत लगै कपड़ै जामा होए पलीत, जिस खून दे लगन नाल कपड़ा खंदा हो गया, मैला हो गया, पलीत हो गया, पाउण दे काम दा रही। जो रत पीवै मानसा, ਜਿਹੜੇ ਮਨੁੱਖ ਪਸ਼ੂਆਂ ਨੂੰ ਮਾਰ ਕੇ, ਪੰਛੀਆਂ ਨੂੰ, ਜਾਨਵਰਾਂ ਨੂੰ ਮਾਰ ਕੇ ਖਾਂਦੇ ਹਨ, ਉਹਨਾਂ ਦਾ ਖੂਨ ਪੀਂਦੇ ਹਨ, ਤਿਨ ਕਿਉ ਨਿਰਮਲ ਚੀਤ, ਉਹਨਾਂ ਦਾ ਚਿੱਤ ਕਿਵੇਂ ਨਿਰਮਲ ਰਹਿ ਸਕਦਾ। ਇਸ ਕਰਕੇ ਕਾਜੀ ਸਾਹਿਬ ਤੁਸੀਂ ਸਿਆਣੇ ਬੰਦੇ ਹੋ, ਅੱਲਾ ਦਾ ਨਾਮ ਵੀ ਲੈਂਦੇ ਹੋ, ਤੇ ਅੱਲਾ ਦਾ ਨਾਮ ਲੈਣ ਵਾਸਤੇ ਹਿਰਦਾ ਪਵਿੱਤਰ ਚਾਹੀਦਾ। ਕੱਪੜੇ ਵੀ ਧੋਤੇ ਚਾਹੀਦੇ ਆ, ਸਰੀਰ ਵੀ ਧੋਣਾ ਚਾਹੀਦਾ, ਮੱਤ ਵੀ ਸਾਫ ਚਾਹੀਦੀ ਹੈ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਐ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸੋ ਇਸ ਮੱਤ ਨੂੰ ਵੀ ਸਾਫ਼ ਕਰਨ ਦੀ ਲੋੜ ਹੈ, ਹਿਰਦੇ ਨੂੰ ਵੀ ਸਾਫ਼ ਰੱਖਣ ਦੀ ਲੋੜ ਹੈ। ਜਿਵੇਂ ਅਸੀਂ ਕੱਪੜਿਆਂ ਨੂੰ ਵੀ ਸਾਫ਼ ਪਾਉਂਦੇ ਹਾਂ, ਉਸੇ ਤਰ੍ਹਾਂ ਹੀ ਉਸ ਕਾਜੀ ਦੇ ਰਾਹੀਂ ਸੰਸਾਰ ਨੂੰ ਉਪਦੇਸ਼ ਦਿੰਦੇ ਹਨ। ਅੱਗੇ ਚੱਲੀਏ, ਕੇਵਲ ਮਾਸ ਦੇ ਖਾਣ ਦੀ ਗੱਲ ਨਹੀਂ, ਇੱਥੇ ਪਰਾਇਆ ਹੱਕ ਖਾਣ ਦੀ ਗੱਲ ਵੀ ਹੈ। ਇਹ ਚਾਰ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਮੁਸਲਮਾਨਾਂ ਨੂੰ ਉਪਦੇਸ਼ ਕਰਦਿਆਂ ਹੋਇਆਂ ਬਖਸ਼ਿਸ਼ ਕੀਤੇ, ਕਿਉਂਕਿ ਜੋ ਵੀ ਸਤਿਗੁਰਾਂ ਦੇ ਸੰਪਰਕ ਵਿੱਚ ਆਇਆ, ਜਿੱਥੇ ਵੀ ਪਾਤਸ਼ਾਹ ਜੀ ਨੇ ਨੁਕਸ ਵੇਖਿਆ, ਉੱਥੇ ਹੀ ਪਾਤਸ਼ਾਹ ਜੀ ਨੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਸਮਝਾਉਣਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਇੱਕ ਹੋਰ ਬਚਨ ਵਿੱਚ ਬਖਸ਼ਿਸ਼ ਕਰਦੇ ਹਨ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਵੀ ਕਿਸੇ ਦਾ ਖੂਨ ਪੀਣ ਦੇ ਬਰਾਬਰ ਹੈ। ਪਰਾਇਆ ਹੱਕ ਖਾਣਾ ਵੀ ਹਿੰਦੂ ਵਾਸਤੇ ਗਊ ਖਾਣ ਦੇ ਬਰਾਬਰ ਹੈ, ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜੇ ਕਿਸੇ ਦਾ ਹੱਕ ਮਾਰ ਕੇ ਖਾਂਦੇ ਆ, ਚਾਹੇ ਉਹ ਭੁਲੇਖੇ ਨਾਲ, ਚਾਹੇ ਭੁਲੋ ਕਰਕੇ, ਚਾਹੇ ਠੱਗੀ ਮਾਰ ਕੇ, ਚਾਹੇ ਰਿਸ਼ਵਤ ਲੈ ਕੇ, ਚਾਹੇ ਖੋਹ ਕਰਕੇ, ਡਰਾ ਕਰਕੇ, ਜਿਹੜੇ ਕਿਸੇ ਦਾ ਦਸਾਂ ਨੌਹਾਂ ਦੀ ਕਿਰਤ ਦਾ ਹੱਕ ਖਾਂਦੇ ਆ, ਮਾਨੋ ਉਹਨਾਂ ਦਾ ਖੂਨ ਪੀਂਦੇ ਆ। ਜਿਸ ਤਰ੍ਹਾਂ ਮਲਕ ਭਾਗੋ ਦੀ ਕਹਾਣੀ ਸਾਡੇ ਸਾਹਮਣੇ ਆ, ਜਿਹੜਾ ਮਲਕ ਭਾਗੋ ਇੱਕ ਮੰਤਰੀ ਹੈ ਪਠਾਨ ਰਾਜੇ ਦਾ। ਗੁਰੂ ਨਾਨਕ ਜੀ ਦੇ ਸਮੇਂ ਇੱਕ ਮੰਤਰੀ ਹੈ, ਅਤੇ ਇਹ ਮੰਤਰੀ ਤੁਹਾਨੂੰ ਪਤਾ ਜਨਤਾ ਦੇ ਕੰਮ ਕਰਨ ਵਾਸਤੇ ਰਿਸ਼ਵਤਾਂ ਲੈਂਦੇ ਆ, ਅਤੇ ਉਹ ਵੀ ਲੈਂਦਾ, ਪਰ ਜਨਤਾ ਵੀ ਚੰਗਾ ਖਵਾਉਣ ਵਾਸਤੇ ਮਾੜਾ ਮੋਟਾ ਚੰਗਾ ਕੰਮ ਵੀ ਕਰ ਦਿੰਦੇ ਆ। ਕੋਈ ਲੰਗਰ ਲਾ ਦਿੰਦੇ ਆ, ਕੋਈ ਥੋੜ੍ਹੀ ਬਹੁਤੀ ਗਰਾਂਟ ਦੇ ਦਿੰਦੇ ਆ, ਕਿਸੇ ਨੂੰ 4 ਪੈਸੇ ਦੇ ਦਿੰਦੇ ਆ। ਉਸ ਨੂੰ ਵੇਖ ਕੇ ਜਨਤਾ ਕਹਿੰਦੀ ਹੈ ਮੰਤਰੀ ਬਹੁਤ ਚੰਗਾ ਬਈ, ਬੱਲੇ ਬੱਲੇ, ਬਹੁਤ ਚੰਗਾ ਬੰਦਾ। ਅਸਲ ਦੇ ਵਿੱਚ ਉਹ ਜਨਤਾ ਨੂੰ ਭੁਲੇਖੇ ਵਿੱਚ ਪਾਉਂਦੇ ਆ। ਔਰ ਜਿਵੇਂ ਆਪਾਂ ਹੁਣ ਵੋਟਾਂ ਵੇਲੇ ਦੇਖਿਆ ਕਿ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਉੱਤੋਂ ਦੀ ਵਾਅਦੇ ਕਰ ਰਹੀਆਂ ਸੀ, ਅਤੇ ਪਰ ਪਤਾ ਉਦੋਂ ਲੱਗੇਗਾ ਜਦੋਂ ਅਸਲੀਅਤ ਵਿੱਚ ਗੱਲ ਸਾਹਮਣੇ ਆਵੇਗੀ। ਕੋਈ ਜਨਤਾ ਦਾ ਭਲਾ ਸੋਚਦਾ ਵੀ ਹੈ ਕਿ ਨਹੀਂ, ਕਿ ਐਵੇਂ ਵਾਅਦੇ ਸੀ, ਜਾਂ ਫਿਰ ਉਹਨਾਂ ਵਾਅਦਿਆਂ ਨੂੰ ਪੂਰੇ ਕਰਨ ਵਾਸਤੇ ਜਨਤਾ 'ਤੇ ਹੀ ਟੈਕਸ ਲਾ ਕੇ ਪੈਸਾ ਇਕੱਠਾ ਕਰਨਗੇ, ਫਿਰ ਜਨਤਾ ਨੂੰ ਮੋੜ ਦੇਣਗੇ। ਜਨਤਾ ਕਹੂਗੀ ਬਹੁਤ ਚੰਗੇ ਆ। ਅਨੇਕਾਂ ਦੇ ਤਰ੍ਹਾਂ ਦੇ ਟੈਕਸ, ਰੋਡ ਟੈਕਸ, ਟੋਲ ਟੈਕਸ, ਡਬਲ ਟੈਕਸ, ਨਾਲੇ ਟੋਲ ਵਾਲੇ ਖੜ੍ਹੇ ਆ ਸੜਕ 'ਤੇ, ਅਤੇ ਨਾਲੇ ਰੋਡ ਟੈਕਸ ਲਾਤਾ।
ਪਤਾ ਨਹੀਂ ਕਿੰਨੇ ਤਰ੍ਹਾਂ ਦੇ ਟੈਕਸ ਸਰਕਾਰਾਂ ਲਾ ਲਾ ਕੇ ਪੈਸਾ ਖਜ਼ਾਨਿਆਂ ਵਿੱਚ ਜਮ੍ਹਾਂ ਕਰਦੀਆਂ, ਫਿਰ ਥੋੜ੍ਹਾ ਬਹੁਤਾ ਵਿੱਚੋਂ ਦੇ ਕੇ ਕਰੋੜਾਂ ਰੁਪਈਆ ਇਕੱਠਾ ਕਰਕੇ 1000 2000 ਲੱਖ ਰੁਪਈਆ ਲਾ ਕੇ ਸੰਸਾਰ ਤੋਂ ਭਲਾ ਚਾਹੁੰਦੇ ਆ। ਪਰ ਜਿਨ੍ਹਾਂ ਦੇ ਨੇਤਰ ਖੁੱਲ੍ਹੇ ਆ ਉਹਨਾਂ ਤੋਂ ਕੋਈ ਗੱਲ ਗੁੱਝੀ ਛਿਪੀ ਨਹੀਂ ਹੈ। ਅਤੇ ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਹਿਮਦਾਬਾਦ ਵਿੱਚ ਹਨ ਭਾਈ ਲਾਲੋ ਦੇ ਕੋਲ, ਅਤੇ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਉਸ ਮੰਤਰੀ ਮਲਕ ਭਾਗੋ ਨੇ ਇੱਕ ਵੱਡਾ ਲੰਗਰ ਲਾਇਆ, ਜੱਗ ਕੀਤਾ। ਉਸ ਵੇਲੇ ਬ੍ਰਹਮ ਭੋਜ ਕੀਤੇ, ਕਹਿੰਦੇ ਸੀ ਅਸੀਂ ਬ੍ਰਹਮ ਭੋਜ ਕੀਤਾ। ਅਤੇ ਮਲਕ ਭਾਗੋ ਨੇ ਆਪਣੇ ਇਲਾਕੇ ਦੇ ਵਿੱਚ ਬੰਦੇ ਭੇਜੇ ਨੇ ਸਾਰੇ, ਬਈ ਕੱਲ੍ਹ ਨੂੰ ਮਲਕ ਭਾਗੋ ਦੇ ਘਰੇ ਲੰਗਰ ਹੈ, ਕਿਸੇ ਨੇ ਘਰੇ ਲੰਗਰ ਨਹੀਂ ਪਕਾਉਣਾ, ਸਭ ਨੇ ਉੱਥੇ ਛਕਣਾ। ਹੁਣ ਜਿਹੜੇ ਜੀਭ ਦੇ ਸਵਾਦਾਂ ਵਾਲੀ ਆ ਜਨਤਾ ਇਕੱਠੀ ਹੋਈ ਆ, ਉਹਨਾਂ ਦੇ ਘਰ ਦੇਸੀ ਘਿਓ ਦੇ ਵਿੱਚ ਖਾਣੇ ਬਣਾਏ ਗਏ ਹੈ। ਜਿਨ੍ਹਾਂ ਨੂੰ ਕੇਵਲ ਦੇਸੀ ਘਿਓ ਦਿਸਦਾ ਉਹਨਾਂ ਨੇ ਬੜੇ ਸਵਾਦ ਨਾਲ ਖਾਧੇ ਆ। ਅਤੇ ਇਸੇ ਤਰ੍ਹਾਂ ਹੀ ਇਸ ਦਾ ਇੱਕ ਸੱਦਾ ਦੇਣ ਵਾਲਾ ਲਾਗੀ ਸੱਦਾ ਦਿੰਦਾ ਫਿਰਦਾ ਹੈ, ਅਤੇ ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਟੱਕਰ ਗਏ। ਭਾਈ ਲਾਲੋ ਦੇ ਘਰੋਂ ਖੇਤਾਂ ਵੱਲ ਜਾ ਰਹੇ ਆ, ਜੰਗਲਾਂ ਵੱਲ, ਰੋਕ ਲਿਆ। ਕਹਿਣ ਲੱਗਿਆ ਤਪੇ ਕਿੱਥੇ ਚੱਲੇ ਆ? ਬਾਬਾ ਜੀ ਕਹਿੰਦੇ ਕਿਵੇਂ ਆ ਦੱਸ? ਤਪਾ ਕਹਿੰਦੇ ਸੀ ਨਾਨਕ ਜੀ ਨੂੰ ਉਦੋਂ। ਤਾਂ ਕਹਿਣ ਲੱਗਿਆ ਮਲਕ ਭਾਗੋ ਦੇ ਘਰੇ ਕੱਲ੍ਹ ਨੂੰ ਲੰਗਰ ਹੈ, ਕੱਲ੍ਹ ਨੂੰ ਤੁਸੀਂ ਉੱਥੇ ਪ੍ਰਸ਼ਾਦਾ ਛਕਣਾ। ਇਹ ਬਾਬਾ ਜੀ ਕਹਿੰਦੇ ਵੀ ਕੌਣ ਹੈ ਮਲਕ ਭਾਗੋ? ਉਹ ਬੰਦਾ ਹੈਰਾਨ ਹੋਇਆ ਵੀ ਤੈਨੂੰ ਮਲਕ ਭਾਗੋ ਦਾ ਨਹੀਂ ਪਤਾ ਗਾ। ਜਾਣਦੇ ਸਭ ਹੈ ਸਤਿਗੁਰੂ ਨਾਨਕ ਦੇਵ ਜੀ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਡੀ ਤਾਂ ਗਰੀਬਾਂ ਨਾਲ ਦੋਸਤੀ ਹੈ, ਅਸੀਂ ਨਹੀਂ ਜਾਣਦੇ ਕੌਣ ਹੈ ਰਾਜਾ, ਕੌਣ ਹੈ ਮੰਤਰੀ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਕਹਿੰਦਾ ਤੈਨੂੰ ਪਤਾ ਨਹੀਂ ਮਲਕ ਭਾਗੋ ਕੌਣ ਹੈ? ਲੈ ਉਹ ਤਾਂ ਸਾਰੇ ਮਸ਼ਹੂਰ ਹੈ, ਮੰਤਰੀ ਆਪਣਾ ਹੋਣਾ। ਚਲੋ ਕਹਿੰਦੇ ਕੱਲ੍ਹ ਨੂੰ ਉਹਨਾਂ ਦੇ ਘਰੇ ਪ੍ਰਸ਼ਾਦਾ ਛਕਣ ਆਉਣਾ ਹੈ। ਅਤੇ ਪਾਤਸ਼ਾਹ ਕਹਿੰਦੇ ਵੀ ਸਾਨੂੰ ਤਾਂ ਰੁੱਖੀ ਮਿੱਸੀ ਜਿਹੋ ਜਿਹੀ ਮਿਲ ਗਈ ਛਕ ਲੈਂਦੇ ਹਾਂ, ਸਾਨੂੰ ਲੋੜ ਨਹੀਂ ਛਕਣ ਦੀ। ਉਹ ਸੱਦਾ ਦੇ ਕੇ ਚਲਿਆ ਗਿਆ। ਬਾਬਾ ਜੀ ਦੂਜੇ ਦਿਨ ਨਾ ਗਏ। ਮਲਕ ਭਾਗੋ ਕੁਰਸੀ ਡਾਹ ਕੇ ਬੈਠਾ, ਮੰਤਰੀ ਜੋ ਹੋਇਆ, ਨੌਕਰ ਚਾਕਰ ਲਾਏ ਹੋਏ ਆ, ਔਰ ਲੋਕਾਂ ਨੂੰ ਪ੍ਰਸ਼ਾਦਾ ਛਕਾ ਰਹੇ ਨੇ। ਉਹਨੇ ਪੁੱਛਿਆ ਲਾਗੀਆਂ ਨੂੰ ਬਈ ਸਾਰੇ ਆ ਗਏ ਨਗਰ ਨਿਵਾਸੀ? ਅਤੇ ਉਹ ਲਾਗੀ ਕਹਿਣ ਲੱਗਿਆ ਜੀ ਇੱਕ ਨਹੀਂ ਆਇਆ। ਕੌਣ? ਉਹ ਜਿਹੜਾ ਤਪਾ ਲਾਲੋ ਦੇ ਘਰ ਰਹਿੰਦਾ ਹੈ, ਲਾਲੋ ਤਖਾਨ ਦੇ ਘਰੇ ਇੱਕ ਤਪਾ ਆਇਆ ਹੋਇਆ ਹੈ, ਉਹ ਨਹੀਂ ਆਇਆ। ਕਹਿੰਦੇ ਉਹ ਕਿਉਂ ਨਹੀਂ ਆਇਆ? ਕਹਿੰਦੇ ਜੀ ਪਤਾ ਨਹੀਂ, ਮੈਂ ਤਾਂ ਉਹਨੂੰ ਕਿਹਾ ਸੀ, ਉਹ ਆਇਆ ਨਹੀਂ। ਕਹਿੰਦੇ ਜਾਓ ਸਦਕੇ ਲਿਆਓ। ਦੋ ਬੰਦੇ ਫੇਰ ਆਉਂਦੇ ਆ, ਤੜਕੇ ਤੜਕੇ ਲਾਲੋ ਦੇ ਘਰ ਆਵਾਜ਼ ਮਾਰਦੇ ਆ, ਲਾਲੋ ਤਪਾ ਹੈਗਾ? ਉਹ ਕਹਿੰਦੇ ਆਹੋ ਹੈਗੇ। ਅਤੇ ਗੁਰੂ ਨਾਨਕ ਦੇਵ ਜੀ ਆਪੇ ਹੀ ਅੰਦਰੋਂ ਉੱਠ ਕੇ ਬਾਹਰ ਆ ਗਏ। ਹਾਂ ਦੱਸੋ, ਤੁਹਾਨੂੰ ਮਲਕ ਭਾਗੋ ਨੇ ਸੱਦਿਆ ਹੈ, ਚੱਲ ਕੇ ਉਹਨਾਂ ਦੀ ਲੰਗਰ ਨੂੰ ਛਕੋ। ਪਾਤਸ਼ਾਹ ਕਹਿੰਦੇ ਵੀ ਸਾਨੂੰ ਲੋੜ ਨਹੀਂ ਹੈ, ਅਸੀਂ ਤਾਂ ਜਿਹੋ ਜਿਹਾ ਇੱਥੇ ਰੁੱਖਾ ਮੇਸਾ ਮਿਲ ਗਿਆ ਖਾ ਕੇ ਸਮਾਂ ਲਗਾ ਲੈਂਦੇ ਹਾਂ, ਸਾਨੂੰ ਕੋਈ ਲੋੜ ਨਹੀਂ ਤੁਹਾਡੇ ਬ੍ਰਹਮ ਭੋਜ ਦੀ। ਉਹ ਨਾਲੇ ਜਾ ਕੇ ਉਵੇਂ ਵਧਾ ਘਟਾ ਕੇ ਗੱਲਾਂ ਕਹਿਤੀਆਂ ਜੀ, ਉਹ ਤਾਂ ਕਹਿੰਦਾ ਸਾਨੂੰ ਕੋਈ ਲੋੜ ਨਹੀਂ ਹੈਗੀ। ਨਾਲੇ ਉਹ ਵੀ ਖੱਤਰੀ ਹੈ। ਮਲਕ ਭਾਗੋ ਨੂੰ ਕਹਿੰਦੇ ਤੂੰ ਵੀ ਖੱਤਰੀ ਹੈ। ਇੱਕ ਸ਼ੂਦਰ ਲਾਲੋ ਦੇ ਘਰੇ ਤਾਂ ਭੋਜਨ ਛਕੀ ਜਾਂਦਾ, ਤੇਰੇ ਘਰੇ ਇੱਕ ਦਿਨ ਛਕਣ ਨਹੀਂ ਆਇਆ। ਮਲਕ ਭਾਗੋ ਨੂੰ ਗੁੱਸਾ ਆ ਗਿਆ ਅਤੇ ਕਹਿੰਦਾ ਜਾਓ 3-4 ਜਣੇ ਜਾਓ, ਜੇ ਨਾ ਆਇਆ ਤਾਂ ਫੜ ਕੇ ਲਿਆਇਓ। ਫਿਰ ਆ ਕੇ ਆਵਾਜ਼ ਮਾਰੀ ਤਪੇ ਤੈਨੂੰ ਸੱਦਿਆ, ਜੇ ਨਹੀਂ ਜਾਏਗਾ ਫੜ ਕੇ ਲੈ ਜਾਂਗੇ। ਬਾਦਸ਼ਾਹ ਕਹਿੰਦੇ ਚਲੋ ਚੱਲ ਵੜਦੇ ਹਾਂ। ਮਲਕ ਭਾਗੋ ਦੇ ਘਰ ਪਹੁੰਚੇ। ਹਾਂ ਦੱਸ ਬਈ ਮਲਕ ਕਿਵੇਂ ਸੱਦਿਆ? ਕਹਿੰਦਾ ਤੂੰ ਮੇਰੇ ਬ੍ਰਹਮ ਭੋਜ ਦੀ ਨਿੰਦਿਆ ਕੀਤੀ ਆ, ਤੂੰ ਛਕਿਆ ਨਹੀਂ ਆ ਕੇ ਆਪੇ। ਬਾਬਾ ਜੀ ਕਹਿੰਦੇ ਲਿਆ ਕੀ ਬਣਾਇਆ? ਬੈਠ ਗਏ ਪੰਗਤ ਵਿੱਚ ਜਿੱਥੇ ਬਹਿੰਦੇ ਲੋਕ। ਉਹਦੇ ਬੰਦੇ ਥਾਲੀ ਲਾ ਕੇ ਲਿਆਏ, ਪੂਰੀਆਂ ਕਚੌਰੀਆਂ
ਦਾਲਾਂ ਸਬਜ਼ੀਆਂ ਤਰਕਾਰੀਆਂ ਕੜਾਹ ਖੀਰਾਂ ਆਦਿ ਲੱਗਿਆ, ਥਾਲ ਧਰਤਾ ਮੂਹਰੇ ਲਿਆ ਕੇ। ਪਾਤਸ਼ਾਹ ਥਾਲ ਵੱਲ ਦੇਖ ਕੇ ਕਹਿਣ ਲੱਗੇ ਵੀ ਮੈਂ ਤਾਂ ਨਹੀਂ ਖਾਂਦਾ। ਕਿਉਂ? ਇਹ ਤਾਂ ਖੂਨ ਹੀ ਖੂਨ ਫਿਰਦਾ ਤੁਹਾਡੇ ਇਸ ਭੋਜਨ ਵਿੱਚ। ਜਿੰਨੇ ਲੋਕ ਭੋਜਨ ਛਕ ਰਹੇ ਸੀ ਸਾਰੇ ਹੈਰਾਨ ਹੋ ਗਏ ਵੀ ਖੂਨ ਕਿੱਥੋਂ ਆ ਗਿਆ। ਬਾਦਸ਼ਾਹ ਕਹਿੰਦੇ ਇਹਦੇ ਵਿੱਚ ਖੂਨ ਹੈ। ਲਾਲੋ ਮਲਕ ਭਾਗੋ ਕਹਿੰਦਾ ਵੀ ਖੂਨ ਕਿੱਥੇ ਆ, ਮਗਰ ਹੀ ਭਾਈ ਲਾਲੋ ਵੀ ਆ ਗਏ ਸੀ। ਬਾਦਸ਼ਾਹ ਕਹਿੰਦੇ ਮੈਨੂੰ ਤਾਂ ਸਾਰੇ ਖੂਨ ਹੀ ਦਿਖਾਈ ਦਿੰਦਾ, ਤੇ ਪੂਰੀਆਂ ਚੱਕ ਕੇ ਕੰਨ ਨਾਲ ਲਾ ਲਈਆਂ, ਤੇ ਕਹਿੰਦੇ ਮੈਨੂੰ ਤਾਂ ਪੂਰੀਆਂ 'ਚ ਲੋਕਾਂ ਦੀਆਂ ਚੀਕਾਂ ਵੀ ਸੁਣਦੀਆਂ, ਕਹੋ ਸਤਨਾਮ ਸ੍ਰੀ। ਸਾਰੀ ਦੁਨੀਆ ਹੈਰਾਨ ਹੋ ਗਈ। ਮਲਕ ਭਾਗੋ ਕਹਿਣ ਲੱਗੇ ਆ ਕਿੱਥੇ ਆ, ਵਿਖਾ। ਤੇ ਲਾਲੋ ਨੂੰ ਕਹਿਣ ਲੱਗੇ ਲਾਲੋ ਘਰੇ ਪ੍ਰਸ਼ਾਦਾ ਪਿਆ ਕੋਈ? ਕਹਿੰਦਾ ਜੀ ਪਿਆ ਹੋਣਾ, ਲੈ ਆਉਣਾ। ਜਾਂ ਲੈ ਕੇ ਇੱਕ ਪ੍ਰਸ਼ਾਦਾ ਪੌਣੇ 'ਚ ਲਪੇਟ ਕੇ, ਭਾਈ ਲਾਲੋ ਜੀ ਇੱਕ ਪ੍ਰਸ਼ਾਦਾ ਬਾਜਰੇ ਦਾ, ਕੋਧਰੇ ਦੀ ਰੋਟੀ। ਵੈਸੇ ਕੋਧਰਾ ਬਾਜਰੇ ਤੋਂ ਅਲੱਗ ਫਸਲ ਹੈ, ਤਾਂ ਕੋਧਰੇ ਦਾ ਪ੍ਰਸ਼ਾਦਾ ਜਿਹੜਾ ਹੈ ਲੈ ਕਰਕੇ ਆਇਆ ਭਾਈ ਲਾਲੋ। ਤੇ ਸਤਿਗੁਰਾਂ ਨੇ ਉਸ ਤੋਂ ਫੜ ਲਿਆ ਪ੍ਰਸ਼ਾਦਾ, ਸੱਜੇ ਹੱਥ ਵਿੱਚ ਪ੍ਰਸ਼ਾਦਾ ਫੜਿਆ, ਖੱਬੇ ਹੱਥ ਵਿੱਚ ਪੂਰੀਆਂ ਫੜੀਆਂ। ਤੇ ਉਹ ਕਹਿੰਦਾ ਵਿਖਾ ਕਿੱਥੇ ਆ ਖੂਨ। ਤੇ ਪਾਤਸ਼ਾਹ ਜੀ ਨੇ ਘੁੱਟ ਕੇ ਦੋਨਾਂ ਨੂੰ ਅਲੱਗ-ਅਲੱਗ ਨੱਪ ਦਿੱਤਾ। ਜਾਂ ਨੱਪਿਆ ਤੇ ਉਸ ਦੇ ਪ੍ਰਸ਼ਾਦੇ 'ਚੋਂ ਦੁੱਧ ਦੇ ਤਿਪਕੇ ਡਿੱਗੇ, ਤੇ ਉੱਧਰੋਂ ਖੂਨ ਦੇ ਤਿਪਕੇ ਦਿਖਾ ਦਿੱਤੇ ਡਿੱਗਦੇ। ਫਿਰ ਜਿੰਨੇ ਲੋਕ ਉੱਥੇ ਭੋਜਨ ਛਕ ਰਹੇ ਸੀ ਸਾਰੇ ਹੈਰਾਨ ਹੋ ਗਏ ਵੀ ਖੂਨ ਕਿੱਥੋਂ ਆ ਗਿਆ। ਮਲਕ ਭਾਗੋ ਵੀ ਪੁੱਛਦਾ ਵੀ ਖੂਨ ਤੂੰ ਕੋਈ ਮੰਤਰ ਮਾਰਿਆ? ਦੇਸੀ ਘਿਓ ਵੀ ਸਾਰਾ ਸਮਾਨ ਬਣਾਇਆ, ਖੂਨ ਕਿੱਥੋਂ ਆ ਗਿਆ? ਤੇ ਪਾਤਸ਼ਾਹ ਕਹਿੰਦੇ ਜਿੱਥੋਂ ਦੇਸੀ ਘਿਓ ਆਇਆ ਉੱਥੋਂ ਹੀ ਖੂਨ ਆਇਆ। ਕਿੱਥੋਂ ਆਇਆ ਦੇਸੀ ਘਿਓ? ਦੁਕਾਨ ਤੋਂ ਆਇਆ? ਨਹੀਂ, ਰਿਸ਼ਵਤ 'ਚੋਂ ਆਇਆ। ਜਿਹੜਾ ਲੋਕਾਂ 'ਤੇ ਟੈਕਸ ਲਾ ਕੇ, ਰਿਸ਼ਵਤਾਂ ਲੈ ਕੇ, ਠੱਗੀਆਂ ਮਾਰ ਕੇ, ਧੋਖੇ ਕਰਕੇ ਜਨਤਾ ਨਾਲ ਜਿਹੜਾ ਪੈਸਾ ਇਕੱਠਾ ਕਰਦੇ ਹੋ ਤੁਸੀਂ ਮੰਤਰੀ ਬਣ ਕੇ, ਫਿਰ ਉਸ ਪੈਸੇ ਨੂੰ ਇੱਕ ਨੰਬਰ ਦਾ ਕਰਨ ਵਾਸਤੇ, ਕਾਲੇ ਧਨ ਨੂੰ ਚਿੱਟਾ ਕਰਨ ਵਾਸਤੇ ਤੁਸੀਂ ਕਦੇ ਕਦੇ ਲੰਗਰ ਲਾ ਦਿੰਦੇ ਹੋ ਵੀ ਦੁਨੀਆ ਜਨਤਾ ਕਹੇ ਬਹੁਤ ਚੰਗਾ, ਬਹੁਤ ਚੰਗਾ। ਜਿਵੇਂ ਆ ਪਿੱਛੇ ਮੰਤਰੀਆਂ ਨੇ ਬੜੀ ਸ਼ੋਸ਼ੇਬਾਜ਼ੀ ਕੀਤੀ, ਕੋਈ ਕਹਿੰਦਾ ਫਲਾਨੀ ਪਾਰਟੀ ਵਧੀਆ, ਕੋਈ ਕਹਿੰਦਾ ਫਲਾਨੀ ਪਾਰਟੀ ਵਧੀਆ, ਪਰ ਜਦੋਂ ਕੁਰਸੀ 'ਤੇ ਬਹਿ ਜਾਂਦੇ ਆ ਫਿਰ 5 ਸਾਲ ਦੁਨੀਆ ਨੂੰ ਤਪਾਉਂਦੇ ਆ। ਕਹੋ ਸਤਨਾਮ ਸ੍ਰੀ। ਐਸੀ ਹਾਲਤ ਵਾਲਾ ਹੀ ਉਹ ਮੰਤਰੀ ਮਲਕ ਭਾਗੋ ਸੀ। ਤਾਂ ਗੁਰੂ ਪਾਤਸ਼ਾਹ ਜੀ ਨੇ ਜਿਸ ਵੇਲੇ ਉਹਨੂੰ ਖੂਨ ਕੱਢ ਕੇ ਵਿਖਾਤਾ, ਫਿਰ ਜਿੰਨਿਆਂ ਨੇ ਖਾਧੀ ਆ, ਕਈ ਤਾਂ ਵਿੱਚੋਂ ਜਿਹੜੇ ਸਾਧੂ ਸੀ ਵਿਚਾਲੇ ਛੱਡ ਕੇ ਤੁਰ ਗਏ। ਪਾਤਸ਼ਾਹ ਕਹਿੰਦੇ ਖੂਨ ਵਾਲਾ ਪ੍ਰਸ਼ਾਦਾ ਨਾ ਜਿਹੜਾ ਕਿਸੇ ਦਾ ਹੱਕ ਮਾਰ ਕੇ ਖਾਧਾ, ਇਸ ਪ੍ਰਸ਼ਾਦੇ ਨੂੰ ਖਾਣ ਵਾਲਿਆਂ ਦੀ ਭਜਨ ਬੰਦਗੀ ਤਪੱਸਿਆ ਖਤਮ ਹੋ ਜਾਂਦੀ ਆ। ਕਾਜੀ ਦੀ ਗੱਲ ਕਰ ਰਹੇ ਸੀ ਅੱਜ ਦੇ ਸ਼ਲੋਕ ਵਿੱਚ। ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ। ਜੇ ਖੂਨ ਦੇ ਛਿੱਟੇ ਪੈਣ ਨਾਲ ਕੱਪੜੇ ਖਰਾਬ ਹੋ ਜਾਂਦੇ ਹੈ, ਤੇ ਜਿਸ ਢਿੱਡ ਵਿੱਚ, ਜਿਸ ਹਿਰਦੇ ਵਿੱਚ ਇਹ ਮੁਰਗਾ ਜਾਣਾ ਵੱਢਿਆ ਹੋਇਆ, ਇਹ ਮਾਸ ਜਾਣਾ, ਇਹ ਖੂਨ ਜਾਣਾ, ਉਹ ਹਿਰਦਾ ਕਿਵੇਂ ਸਾਫ਼ ਰਹੇਗਾ? ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ। ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਤੇ ਜਿਹੜੇ ਇਹ ਖੂਨ ਪੀਂਦੇ ਆ ਲੋਕਾਂ ਦਾ, ਕੇਵਲ ਇੱਥੇ ਮੁਰਗੀ ਬੱਕਰੇ ਦੇ ਖੂਨ ਦੀ ਗੱਲ ਨਹੀਂ ਹੈਗੀ, ਲੋਕਾਂ ਦਾ ਹੱਕ ਖੋਹ ਕੇ ਖਾਣਾ ਇਹ ਵੀ ਇੱਕ ਖੂਨ ਦੀ ਤਰ੍ਹਾਂ। ਅਗਲਿਆਂ ਨੇ ਖੂਨ ਮਚਾ ਕੇ 10 ਨੌਹਾਂ ਦੀ ਕਿਰਤ ਕੀਤੀ ਆ, ਤੇ ਜੇ ਕੋਈ ਉਸ ਨੂੰ ਧੋਖੇ ਦੇ ਨਾਲ, ਠੱਗੀ ਫਰੇਬ ਦੇ ਨਾਲ ਜਾਂ ਧੱਕੇ ਦੇ ਨਾਲ ਉਹ ਪੈਸਾ ਖੋਹਦਾ ਗਰੀਬ ਦਾ, ਤੇ ਉਸ ਪੈਸੇ ਨੂੰ ਆਪਦੇ ਵਾਸਤੇ ਵਰਤਦਾ, ਉਸ ਦਾ ਹਿਰਦਾ ਕਿਵੇਂ ਸਾਫ਼ ਰਹਿ ਸਕਦਾ? ਕਾਜੀ ਸਾਹਿਬ, ਤੁਸੀਂ ਇਹ ਮੁਰਗੀ ਨੂੰ ਵੱਢਦੇ ਹੋਏ 4 ਛਿੱਟੇ ਕੁੜਤੇ 'ਤੇ ਪੈ ਗਏ, ਕੁੜਤਾ ਲਾ ਕੇ ਨੌਕਰ ਨੂੰ ਧੋਣ ਵਾਸਤੇ ਫੜਾ ਦਿੱਤਾ ਹੈ, ਤੇ ਜਿਸ ਹਿਰਦੇ ਦੇ ਅੰਦਰ ਇਹ ਜਾਣੀ ਹੈ ਮੁਰਗੀ ਖਾਧੀ ਹੋਈ, ਫਿਰ ਉਹ ਹਿਰਦੇ ਨੂੰ ਕਿਵੇਂ ਸਾਫ਼ ਕਰੋਗੇ? ਤਾਂ ਮਲਕ ਭਾਗੋ ਅੱਗੋਂ ਕੁਛ ਬੋਲ ਨਹੀਂ ਸਕਿਆ, ਮਾਫੀ ਵੀ ਨਹੀਂ ਮੰਗੀ, ਗਿਆਨ ਵੀ ਪ੍ਰਾਪਤ ਨਹੀਂ ਕੀਤਾ, ਪਰ ਮਨ ਵਿੱਚ ਘਰੋੜ ਰੱਖ ਲਈ। ਕਹਿੰਦੇ ਕੋਈ ਨਹੀਂ, ਜਿੱਦੇ ਫਸ ਗਿਆ ਉਹਦੇ ਪੁੱਛੂੰਗਾ। ਇਹਨੇ ਖਿਆਲ ਰੱਖਿਆ ਵੀ ਜਿੱਦੇ ਕਿਤੇ ਕੋਈ ਇਹੋ ਜਿਹਾ
ਆ ਗਿਆ ਨਾ ਅੜਿੱਕੇ 'ਚ, ਉਹਦੇ ਮੈਂ ਸਜ਼ਾ ਦੇਊਂ ਇਸ ਨਾਨਕ ਨੂੰ, ਇਹਨੇ ਮੇਰੀ ਅੱਜ ਬੇਇੱਜ਼ਤੀ ਕਰਤੀ ਲੋਕਾਂ 'ਚ। ਪਾਤਸ਼ਾਹ ਕਹਿੰਦੇ ਤੇਰੇ ਭੋਜਨ 'ਚ ਦੇਸੀ ਘਿਓ ਨਹੀਂ, ਗਰੀਬਾਂ ਦਾ ਖੂਨ ਹੈ। ਹੱਕ ਭਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਤਾਂ ਸਾਡੇ ਹੱਕ ਵਿੱਚ ਫੈਸਲਾ ਦਿੰਦਾ ਹੈ ਜੇ ਅਸੀਂ ਲੋਕਾਂ ਦਾ ਹੱਕ ਨਾ ਖਾਈਏ। ਤਾਂ ਇਸ ਤਰ੍ਹਾਂ ਜਿਸ ਵੇਲੇ ਗੁਰੂ ਪਿਆਰਿਓ ਮਲਕ ਭਾਗੋ ਕੁਛ ਕਰ ਨਹੀਂ ਸਕਿਆ, ਬਾਬਾ ਜੀ ਛੱਡ ਕੇ ਥਾਲੀ ਬਿਨਾਂ ਖਾਧਿਆਂ ਭੋਜਨ ਘਰ ਨੂੰ ਆ ਗਏ। ਸਮਾਂ ਬਤੀਤ ਹੁੰਦਾ ਗਿਆ। ਜਿਸ ਪਠਾਨ ਰਾਜੇ ਦਾ ਇਹ ਮੰਤਰੀ ਸੀਗਾ, ਉਹਦਾ ਲੜਕਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਪਿਆ ਸੀ। ਤੇ ਇੱਕ ਦਿਨ ਕਿਤੇ ਉਹ ਪਠਾਨ ਨੇ ਗੱਲ ਚਲਾਈ ਬਈ ਕਾਜੀ ਸਾਹਿਬ ਆਪਣਾ ਮਲਕ ਭਾਗੋ ਨੂੰ ਕਹਿੰਦਾ, ਰਾਜਾ ਮਲਕ ਭਾਗੋ ਲੜਕਾ ਠੀਕ ਨਹੀਂ ਹੋ ਰਿਹਾ, ਲੰਬੇ ਸਮੇਂ ਤੋਂ ਬਿਮਾਰ ਪਿਆ, ਕੋਈ 10,000 ਕੀ ਕਰੀਏ? ਉਹ ਕਹਿੰਦਾ ਕਿਸੇ ਸਾਧ ਨੂੰ ਫੜੋ, ਇਹਦੀ ਸੂਈ ਸਿੱਧੀ ਬਾਬੇ ਨਾਨਕ ਤੇ ਵੱਜੀ ਜਾ ਕੇ, ਕਹੋ ਸਤਨਾਮ ਅੱਜ ਨਾਨਕ ਨੂੰ ਫਸਾਉਣੇ ਆ। ਕਹਿੰਦਾ ਕਿਸੇ ਸਾਧ ਨੂੰ ਫੜੋ, ਕਿਸੇ ਸਾਧ ਤੋਂ। ਕਹਿੰਦਾ ਯਾਰ ਦਵਾਈਆਂ ਵੀ ਬਹੁਤ ਕਰਾ ਲਈਆਂ, ਕਬਰਾਂ 'ਤੇ ਚਾਦਰਾਂ ਵੀ ਚੜ੍ਹਾਤੀਆਂ, ਸੀਰਨੀਆਂ ਵੀ ਦੇਤੀਆਂ, ਆਪਾਂ ਪ੍ਰਸ਼ਾਦ ਕਹਿੰਦੇ ਹਾਂ, ਸੀਰਨੀ ਕਹਿੰਦੇ ਆ ਮੁਸਲਮਾਨ। ਸੀਰਨੀਆਂ ਵੀ ਬਹੁਤ ਵੰਡਤੀਆਂ, ਪ੍ਰਸ਼ਾਦ ਵੀ ਬਹੁਤ ਵੰਡਤੇ, ਸਾਧ ਵੀ ਬਥੇਰੇ ਬੇਨਤੀਆਂ ਕਰ ਲਈਆਂ। ਕਹਿੰਦੇ ਜੀ ਇੱਕ ਸਾਧ ਆਪਣੇ ਇਲਾਕੇ 'ਚ ਆਇਆ ਹੋਇਆ, ਉਹਨੂੰ ਫੜੋ। ਉਹ ਕੌਣ ਹੈ? ਕਹਿੰਦੇ ਭਾਈ ਲਾਲੋ ਦੇ ਘਰੇ ਜਿਹੜਾ ਨਾਨਕ ਤਪ ਹੈ, ਜਿਸ ਦੇ ਬਾਰੇ ਨਾਨਕ ਜੀ ਨੇ ਕਿਹਾ ਸੀਗਾ, ਵੇਖੋ ਮਲਕ ਭਾਗੋ ਬ੍ਰਹਮ ਭੋਜ ਤਾਂ ਲਾਲੋ ਦੇ ਘਰੇ ਚੱਲਦਾ, ਇਹਦੇ ਪ੍ਰਸ਼ਾਦੇ 'ਚੋਂ ਖੂਨ ਦੀ ਬਜਾਏ ਦੁੱਧ ਦੇ ਤਪਕੇ ਡਿੱਗੇ ਆ, ਇਹਦੀ 10 ਨੋਹਾਂ ਦੀ ਕਿਰਤ ਆ। ਮੈਂ ਇੱਥੇ ਰੋਜ਼ ਬ੍ਰਹਮ ਭੋਜ ਛਕਦਾ, ਪਰ ਤੇਰਾ ਤਾਂ ਮੈਂ ਇੱਕ ਦਿਨ ਵੀ ਨਹੀਂ ਛਕਦਾ। ਉਹ ਲਾਲੋ ਦੇ ਘਰੇ ਕਹਿੰਦੇ ਇੱਕ ਤਪਾ ਨਾਨਕ ਆਇਆ, ਉਹਨੂੰ ਫੜੋ, ਠੀਕ ਕਰ ਸਕਦਾ, ਪਰ ਉਹਨੇ ਕਰਨਾ ਨਹੀਂ ਗਾ, ਉਹਨੇ ਜਵਾਬ ਦੇ ਦੇਣਾ। ਤੇ ਜੇ ਉਹਨੇ ਜਵਾਬ ਦੇ ਤਾਂ ਉਹਨੂੰ ਫੜ ਕੇ ਅੰਦਰ ਕਰ ਦਿਓ, ਜੇਲ੍ਹ 'ਚ ਕਰ ਦਿਓ, ਉਹਦਾ ਖਾਣਾ ਪੀਣਾ ਬੰਦ ਕਰ ਦਿਓ। ਇਹਨੇ ਪਠਾਨ ਨੂੰ ਇਸ ਤਰ੍ਹਾਂ ਸਿਖਾਤਾ। ਪਠਾਨ ਰਾਜੇ ਨੇ ਬੰਦੇ ਭੇਜੇ ਬਾਬੇ ਨਾਨਕ ਦੇ ਵੱਲ, ਤੇ ਜਿਸ ਵੇਲੇ ਗੁਰੂ ਪਿਆਰੋ ਆ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਤੁਹਾਨੂੰ ਰਾਜਾ ਸਾਹਿਬ ਸਾਧੇ ਆ, ਧੰਨ ਗੁਰੂ ਨਾਨਕ ਦੇਵ ਜੀ ਨਾਲ ਚਲੇ ਗਏ, ਦੱਸੋ ਕੀ ਗੱਲ ਆ? ਹੁਣ ਜੇ ਤਾਂ ਪਠਾਨ ਨਿਮਰਤਾ ਸਹਿਤ ਬੇਨਤੀ ਕਰਦਾ, ਫਿਰ ਤਾਂ ਸਤਿਗੁਰੂ ਮੁਰਦਿਆਂ ਵਿੱਚ ਵੀ ਜਾਨ ਪਾ ਸਕਦੇ, ਐਸੀ ਗੱਲ ਨਹੀਂ। ਪਰ ਪਠਾਨ ਸਿੱਖਿਆ ਸਿਖਾਇਆ ਸੀ, ਜਿਵੇਂ ਮਲਕ ਭਾਗੋ ਨੇ ਕਿਹਾ ਸੀ, ਕੰਨਾਂ ਦੇ ਕੱਚੇ ਰਾਜੇ ਜਿਵੇਂ ਮੰਤਰੀ ਕਹਿੰਦੇ ਉਵੇਂ ਕਰੀ ਜਾਂਦੇ ਆ। ਤੇ ਪਠਾਨ ਕਹਿਣ ਲੱਗਿਆ, ਨਾਨਕ ਤਪੇ, ਹਾਂ ਦੱਸ, ਮੇਰਾ ਮੁੰਡਾ ਬਿਮਾਰ ਪਿਆ, ਉਹਨੂੰ ਠੀਕ ਕਰ ਦੇ, ਜੇ ਨਾ ਠੀਕ ਕੀਤਾ ਤਾਂ ਮੈਂ ਤੈਨੂੰ ਅੰਦਰ ਕਰ ਦੂੰਗਾ, ਜੇਲ੍ਹ ਕਰ ਦੂੰਗਾ। ਪਾਤਸ਼ਾਹ ਜੀ ਨੇ ਸੋਚਿਆ ਇਹਨੂੰ ਬੋਲਣ ਦੀ ਅਕਲ ਤਾਂ ਹੈ ਨਹੀਂ, ਕਿਵੇਂ ਗੱਲ ਕਰੀਦੀ ਆ ਕਿਸੇ ਦੇ ਨਾਲ। ਪਾਤਸ਼ਾਹ ਕਹਿੰਦੇ ਹੋਏ ਜਿਹੜੇ ਮੁੰਡੇ ਦੇ ਮੋਹ ਵਿੱਚ ਤੂੰ ਇੰਨਾ ਬੋਲਦਾ, ਪਤਾ ਮਗਾ ਜਿਉਂਦਾ ਵੀ ਹੈ ਕਿ ਮਰ ਗਿਆ। ਇੰਨਾ ਬਚਨ ਕਹਿਣ ਦੀ ਦੇਰ ਸੀ, ਉਹ ਬੱਚਾ ਘਰੇ ਸੀਗਾ ਤੇ ਘਰੇ ਪਿਆ, ਉਹ ਮਰ ਗਿਆ। ਇੱਧਰੋਂ ਬਚਨ ਹੋਇਆ ਤੇ ਉਹ ਮਰ ਗਿਆ। ਪਰ ਇੱਧਰੋਂ ਕਹਿੰਦੇ ਭੇਜਿਆ ਬੰਦਾ ਇਸ ਰਾਜੇ ਨੇ, ਜਾਂ ਘਰੇ ਪਤਾ ਲੈ ਕੇ ਆ, ਠੀਕ ਆ। ਜਦੋਂ ਘਰੇ ਪਤਾ ਲੈਣ ਗਿਆ ਤੇ ਉੱਧਰੋਂ ਇੱਕ ਹੋਰ ਨੌਕਰ ਭੱਜਿਆ ਆਉਂਦਾ ਹੈ। ਉਹਨੂੰ ਪੁੱਛਦਾ ਕਿਵੇਂ, ਕੀ ਗੱਲ ਹੈ? ਕਹਿੰਦੇ ਗੱਲ ਕੀ ਆ, ਮੁੰਡਾ ਤਾਂ ਮਰ ਗਿਆ। ਕਦੋਂ ਕੁ ਮਰਿਆ? ਕਹਿੰਦੇ ਹੁਣੇ ਹੀ ਮਰਿਆ। ਤੇ ਦੋਨੇ ਨੌਕਰ ਰਾਜੇ ਕੋਲ ਆ ਗਏ, ਕਹਿੰਦੇ ਰਾਜਾ ਸਾਹਿਬ ਉਹ ਤਾਂ ਮਰ ਗਿਆ, ਰਾਜਕੁਮਾਰ ਤਾਂ ਮਰ ਗਿਆ। ਤੇ ਜੇ ਉਹ ਅਕਲ ਦੇ ਨਾਲ ਸਾਧੂਆਂ ਦੇ ਨਾਲ ਗੱਲ ਕਰਦਾ, ਸਤਿਗੁਰ ਦੇ ਨਾਲ ਪਿਆਰ ਨਾਲ ਗੱਲ ਕਰਦਾ, ਨਿਮਰਤਾ ਸਹਿਤ ਬੇਨਤੀ ਕਰਦਾ, ਸ਼ਾਇਦ ਉਹਦਾ ਕੰਮ ਬਣ ਜਾਂਦਾ। ਪਰ ਅਸਲ ਦੇ ਵਿੱਚ ਮਲਕ ਭਾਗੋ ਨੇ ਆਪਣੀ ਕਿੜ ਕੱਢਣੀ ਸੀ, ਈਰਖਾ ਸੀਗੀ, ਤੇ ਉਹਨੇ ਰਾਜੇ ਦੇ ਰਾਹੀਂ ਗੁਰੂ ਸਾਹਿਬ ਨੂੰ ਤਕਲੀਫ ਦੇਣ ਦੀ ਸਲਾਹ ਸੋਚੀ ਸੀ, ਪਰ ਉਹਦੀ ਇੱਕ ਨਹੀਂ ਚੱਲੀ। ਇਸ ਕਰਕੇ ਪਰਾਇਆ ਹੱਕ ਖਾਣਾ ਵੀ ਕਿਸੇ ਦਾ ਖੂਨ ਪੀਣ ਦੇ ਬਰਾਬਰ ਹੈ। ਬਾਬਾ ਜੀ ਕਹਿੰਦੇ, ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਚੀਤ, ਨਾਨਕ ਨਾਉ ਖੁਦਾਇ ਕਾ ਦਿਲ ਹੱਛੈ ਮੁਖ ਲੇਹੋ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਬਾਕੀ ਸਭ ਦੁਨੀਆ ਦੇ ਜਿੰਨੇ ਦਿਖਾਵੇ ਹਨ ਉਹ ਝੂਠੇ ਹਨ, ਤੇ ਉਹਨਾਂ ਦਿਖਾਵਿਆਂ 'ਤੇ ਅਮਲ ਕਰਨ ਵਾਲੇ ਵੀ ਝੂਠੇ ਹਨ। ਪਰਮੇਸ਼ਰ ਦਾ ਨਾਮ ਸੱਚਾ ਹੈ, ਜਿਸ ਨੂੰ ਸੱਚੇ ਸੁੱਚੇ ਦਿਲ ਨਾਲ ਜਪਣਾ ਚਾਹੀਏ।
ਮਹੱਲਾ ਪਹਿਲਾ। ਤਾਂ ਗੁਰੂ ਪਿਆਰਿਓ, ਕਾਜੀ ਕਹਿਣ ਲੱਗਿਆ, ਮਹਾਰਾਜ ਤੁਸੀਂ ਤਾਂ ਬਹੁਤ ਉੱਚੇ ਹੋ, ਉੱਚੇ ਬਚਨ ਕਰਦੇ ਹੋ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ, ਤੁਸੀਂ ਕਿਹੜਾ ਸਾਧਨ ਕਰਕੇ ਇੰਨੀ ਉੱਚੇ ਗਿਆਨ ਨੂੰ, ਅਵਸਥਾ ਨੂੰ ਪ੍ਰਾਪਤ ਕੀਤਾ ਹੈ? ਤੁਸੀਂ ਤਾਂ ਬੜੇ ਉੱਚੇ ਬਚਨ ਕਰਦੇ ਹੋ। ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਲੱਗਿਆ, ਤੁਸੀਂ ਇੰਨੇ ਉੱਚੇ ਬਚਨ ਕਰਦੇ ਹੋ ਜਿਹੜੇ ਗੱਲ ਦੀ ਤਹਿ ਤੱਕ ਜਾਂਦੇ ਹੋ, ਐਸਾ ਗਿਆਨ ਕਿਵੇਂ ਪ੍ਰਾਪਤ ਕੀਤਾ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਕੁਛ ਵੀ ਨਹੀਂ ਕੀਤਾ। ਭਾਵ ਇਹਦੇ ਪਿੱਛੇ ਉਹ ਸੋਚਦਾ ਸੀ ਸ਼ਾਇਦ ਨਾਨਕ ਕਹੂਗਾ ਮੈਂ ਆਹ ਪੜ੍ਹਿਆ, ਮੈਂ ਉਹ ਪੜ੍ਹਿਆ, ਮੈਂ ਆਹ ਕੀਤਾ, ਮੈਂ ਉਹ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਂ ਤਾਂ ਕੁਝ ਹੈ ਹੀ ਨਹੀਂ, ਮੈਂ ਕੀ ਕੀਤਾ? ਜਾਂ ਹੋ ਨਾਹੀ ਤਾਂ ਕਿਆ ਆਖਾਂ, ਕਿਹੋ ਨਾਹੀ ਕਿਆ ਹੋਵਾਂ। ਬਸ ਇਹ ਹੰਕਾਰ ਹੀ ਬੰਦੇ ਦੇ ਅੰਦਰੋਂ ਸਭ ਕੁਝ ਖਤਮ ਕਰਦਾ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਹੰਕਾਰ ਤੋਂ ਉੱਚੇ ਉੱਠ ਕੇ ਗੱਲ ਕਰਦੇ ਆ, ਮੈਂ ਤਾਂ ਕੁਛ ਹੈ ਹੀ ਨਹੀਂ ਹਾਂ। ਮੈਂ ਆਪਣੇ ਆਪ ਨੂੰ ਕੀ ਆਖਾਂ ਕਿ ਮੈਂ ਗਿਆਨੀ ਹਾਂ। ਭਾਵ ਹਰਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਹੰਕਾਰ ਜਿਹੜਾ ਹੈ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। ਤਾਂ ਤੇ ਸਤਿਗੁਰਾਂ ਨੇ ਵਾਰ-ਵਾਰ ਕਿਹਾ, ਹਉ ਮੈਂ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ, ਮੈਂ ਤਾਂ ਕੁਛ ਵੀ ਨਹੀਂ ਆ, ਤੇ ਤੂੰ ਵੀ ਹੰਕਾਰ ਛੱਡ ਦੇ। ਮੈਂ ਕੀ ਦੱਸਾਂ ਤੈਨੂੰ? ਕੀਤਾ ਕਹਿਆ, ਕੀਤਾ ਕਰਨਾ, ਕਹਿਆ ਕਥਨਾ। ਮੈਂ ਤਾਂ ਉਸ ਪਰਮੇਸ਼ਰ ਦਾ ਕੀਤਾ ਹੋਇਆ ਹਾਂ। ਜਿਵੇਂ ਉਸ ਨੇ ਮੈਨੂੰ ਕਰਨ ਲਈ ਹੁਕਮ ਦਿੱਤਾ, ਮੈਂ ਉਵੇਂ ਕਰ ਰਿਹਾ ਹਾਂ। ਭਾਵ ਮੈਂ ਕੁਛ ਵੀ ਨਹੀਂ ਹਾਂ। ਉਸ ਪਰਮੇਸ਼ਰ ਨੇ ਮੈਨੂੰ ਜੋ ਹੁਕਮ ਕੀਤਾ, ਮੈਂ ਉਹ ਕਰਤੱਵ ਕਰਦਾ ਪਿਆ ਹਾਂ। ਕਹਿਣਾ ਕਥਨਾ, ਤੇ ਜੋ ਮੈਨੂੰ ਕਹਿਣ ਲਈ ਭੇਜਿਆ ਮੈਂ ਉਹ ਤੁਹਾਨੂੰ ਕਹਿ ਰਿਹਾ ਹਾਂ। ਇਹ ਬਚਨ ਬਾਬੇ ਨਾਨਕ ਨੇ ਕੀਤੇ। ਇੱਦਾਂ ਦੇ ਹੀ ਬਚਨ 10ਵੇਂ ਜਾਮੇ 'ਚ ਫਿਰ ਕਰਦੇ ਹੈ। ਕਹਿਆ ਪ੍ਰਭੂ ਸੋ ਕਹਿਓ, ਜੋ ਮੈਨੂੰ ਪਰਮੇਸ਼ਰ ਨੇ ਕਿਹਾ ਮੈਂ ਤੁਹਾਨੂੰ ਦੱਸਣ ਆਇਆ ਹਾਂ। ਮੈਂ ਨਾ ਭੇਖ ਭੀਜ ਹੋ ਕਹੀਂ, ਨਾ ਮੈਂ ਕਿਸੇ ਭੇਖਾਂ ਨੂੰ ਧਾਰਨ ਕਰਾਂ, ਔਰ ਨਾ ਹੀ ਮੈਂ ਮੌਨ ਧਾਰ ਕੇ ਚੁੱਪ ਕਰਕੇ ਬੈਠਾ। ਜੋ ਮੈਨੂੰ ਪਰਮੇਸ਼ਰ ਨੇ ਕਹਿਣ ਲਈ ਭੇਜਿਆ, ਮੈਂ ਤੁਹਾਨੂੰ ਕਹਿਣ ਲਈ ਆਇਆ ਹਾਂ, ਉਹ ਮੈਂ ਤੁਹਾਨੂੰ ਕਹਾਂਗਾ। ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਆਪਣੀ ਮਾਇਆ ਦੁਆਰਾ ਰਚਿਆ ਹੈ, ਮੈਨੂੰ ਵੀ ਉਸ ਨੇ ਰਚਿਆ। ਭਾਵੇਂ ਕਿ ਖੁਦ ਪਰਮੇਸ਼ਰ ਹੀ ਹਨ ਸਤਿਗੁਰੂ, ਪਰ ਫਿਰ ਵੀ ਆਪਣੇ ਆਪ ਨੂੰ ਨਿਮਾਣਾ ਨਾਨਕ ਸ਼ਾਇਰ ਆਪਣੇ ਆਪ ਨੂੰ ਉਸ ਦਾ ਕਵੀ, ਉਹਦੀ ਸਿਫਤ ਕਰਨ ਵਾਲਾ ਦੱਸਦੇ ਹੈ। ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਪ ਨੂੰ ਰੱਬ ਨਹੀਂ ਕਹਿ ਰਹੇ। 10ਵੇਂ ਜਾਮੇ ਵਿੱਚ ਫਿਰ ਪੱਕੇ ਤੌਰ 'ਤੇ ਕਹਿੰਦੇ ਹੈ, ਜੋ ਹਮਕੋ ਪਰਮੇਸ਼ਰ ਉਚਰੈ ਤੇਰੇ ਨਾਲ ਨਰ ਕੁੰਡ ਮੈਂ ਪਰ ਹੈ, ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨ ਰੰਚ ਪਛਾਨੋ। ਮੈਂ ਉਹਦਾ ਦਾਸ ਹਾਂ, ਮੈਂ ਕੁਛ ਵੀ ਨਹੀਂ ਆ। ਕਾਜੀ ਕਹਿੰਦਾ, ਜੀ ਤੁਸੀਂ ਇੰਨਾ ਗਿਆਨ ਕਿੱਥੋਂ ਪ੍ਰਾਪਤ ਕੀਤਾ? ਕਹਿੰਦੇ, ਮੈਂ ਤਾਂ ਕੁਛ ਵੀ ਨਹੀਂ। ਜੋ ਪਰਮੇਸ਼ਰ ਕਹੀ ਜਾਂਦਾ ਮੈਨੂੰ, ਮੈਂ ਉਹ ਹੀ ਕਰਦਾ ਹਾਂ। ਮੈਂ ਉਹਦਾ ਕੀਤਾ ਹੋਇਆ ਹਾਂ, ਔਰ ਉਸ ਦੇ ਕਹੇ ਹੋਏ ਨੂੰ ਅੱਗੇ ਮੈਂ ਰਿਪੀਟ ਕਰਦਾ ਹਾਂ। ਜਗਦਿਆਸੂਆਂ ਦਾ ਹਿਰਦਾ ਜਿਹੜਾ ਹੈ, ਉਹਨਾਂ ਬਚਨਾਂ ਦੇ ਨਾਲ ਭਰਿਆ ਭਰ ਭਰ ਧੋਵਾਂ। ਭਾਵ ਮੈਂ ਆਪਣੇ ਮੁੱਖੋਂ ਬਚਨ ਉਚਾਰਨ ਕਰਕੇ ਜਿਨ੍ਹਾਂ ਦੇ ਹਿਰਦੇ ਪਾਪਾਂ ਦੇ ਨਾਲ ਭਰੇ ਹੋਏ ਹਨ, ਉਹਨਾਂ ਨੂੰ ਆਪਣੇ ਬਚਨਾਂ ਰੂਪੀ ਪਾਣੀ ਦੇ ਨਾਲ ਧੋਣਾ ਕਰਦਾ ਹਾਂ। ਪਰ ਦੂਜੇ ਪਾਸੇ ਐਸੇ ਲੋਕ ਜਿਨ੍ਹਾਂ ਨੂੰ ਖੁਦ ਨੂੰ ਗਿਆਨ ਨਹੀਂ, ਪਰ ਲੋਕਾਂ ਦੇ ਆਗੂ ਬਣਦੇ ਨੇ। ਆਪ ਨਾ ਬੁੱਝਾਂ ਲੋਕ ਬੁਝਾਈ। ਆਪਣੇ ਆਪ ਨੂੰ ਆਤਮ ਗਿਆਨ ਨਹੀਂ, ਪਰ ਲੋਕਾਂ ਨੂੰ ਕਹਿਣਾ ਕਿ ਅਸੀਂ ਤੁਹਾਡਾ ਮਾਰਗ ਦਰਸ਼ਨ ਕਰਾਂਗੇ। ਖੁਦ ਅੰਨੇ ਹਨ, ਦੂਸਰਿਆਂ ਨੂੰ ਰਸਤਾ ਵਿਖਾਉਣ ਦੀ ਗੱਲ ਕਰਦੇ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਆਪ ਨਾ ਬੁੱਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ ਦੁਨੀਆ ਦੇ ਵਿੱਚ। ਹੰਕਾਰ ਕਰਕੇ ਐਸੇ ਲੋਕ ਜਿਹੜੇ ਆਪਣੇ ਹੰਕਾਰ ਨੂੰ ਪੱਠੇ ਪਾ ਕਰਕੇ, ਆਪਣੇ ਹੰਕਾਰ ਨੂੰ ਕਰਕੇ
ਤੇ ਆਪਣੇ ਆਪ ਨੂੰ ਵੱਡੇ ਗਿਆਨੀ ਦੱਸਦੇ ਹਨ। ਪਾਤਸ਼ਾਹ ਜੀ ਕਹਿੰਦੇ ਉਹ ਸੰਸਾਰ ਦਾ ਕਿੱਥੋਂ ਭਲਾ ਕਰਨਗੇ। ਠੀਕ ਹੈ, ਗਿਆਨ ਹੋਣਾ ਜ਼ਰੂਰੀ ਹੈ, ਪਰ ਨਾਲ ਇਹ ਖਿਆਲ ਵੀ ਹੋਵੇ ਕਿ ਜਿਉਂ ਬੁਲਾਵੇਂ ਤਿਉਂ ਬੋਲਾਂ ਸੁਆਮੀ, ਜੈ ਭੇਜੇ ਤਹਿ ਜਾਵਾਂ। ਜਿਵੇਂ ਪਰਮੇਸ਼ਰ ਬੁਲਾਉਂਦਾ ਉਵੇਂ ਬੋਲਦਾ ਹਾਂ, ਜਿੱਥੇ ਭੇਜਦਾ ਉੱਥੇ ਚਲਿਆ ਜਾਂਦਾ ਹਾਂ। ਸਭ ਨਗਰੀ ਮੈਂ ਏਕੋ ਰਾਜਾ, ਸਵੈ ਪਵਿੱਤ ਹੈ ਥਾਵਾਂ। ਸਾਰੇ ਦੇਸ਼ ਵਿੱਚ ਇੱਕੋ ਹੀ ਪਰਮੇਸ਼ਰ ਦਾ ਰਾਜ ਹੈ ਤੇ ਸਾਰੇ ਥਾਵਾਂ 'ਤੇ ਉਸੇ ਦਾ ਵਾਸਾ। ਮੈਂ ਉਹਦੇ ਹੁਕਮ ਅੰਦਰ ਚੱਲਦਾ ਹਾਂ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਮੈਨੂੰ ਜੋ ਪਰਮੇਸ਼ਰ ਨੇ ਸਿੱਖਿਆ ਦਿੱਤੀ ਹੈ ਮੈਂ ਉਹ ਲੋਕਾਂ ਨੂੰ ਦੱਸਦਾ ਹਾਂ, ਪਰ ਸੰਸਾਰ ਦੇ ਵਿੱਚ ਬਹੁਤ ਸਾਰੇ ਆਪੇ ਗਿਆਨੀ ਬਣੇ ਹੋਏ ਹਨ, ਜਿਹੜੇ ਹੰਕਾਰ ਕਰਦੇ ਹਨ। ਆਪ ਨਾ ਬੁੱਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ। ਇਹੋ ਜਿਹੀ ਦੁਨੀਆ ਵਿੱਚ ਆਗੂ ਹੈ, ਆਪ ਅੰਨੇ ਹਨ ਤੇ ਦੂਸਰਿਆਂ ਨੂੰ ਵੀ ਰਸਤਾ ਵਿਖਾਉਣ ਦੇ ਬਹਾਨੇ ਡੋਬਦੇ ਹਨ। ਨਾਨਕ ਅੰਧਾ ਹੋਏ ਕੇ ਦੱਸੈ ਰਾਹ ਹੈ, ਸਭ ਸਮਹਾਏ ਸਾਥ ਹੈ। ਖੁਦ ਨੂੰ ਪਤਾ ਨਹੀਂ, ਦੂਜਿਆਂ ਨੂੰ ਕਹਿੰਦੇ ਅਸੀਂ ਤੁਹਾਡਾ ਮਾਰਗ ਦਰਸ਼ਨ ਕਰਾਂਗੇ। ਆ ਕਿਤਨੀ ਦੁਨੀਆ ਇਹੋ ਜਿਹੇ ਪਖੰਡੀਆਂ, ਕਾਮੀਆਂ, ਕਰੋਧੀਆਂ ਦੇ, ਇਹੋ ਜਿਹੀਆਂ ਪਖੰਡੀ ਸਾਧਾਂ ਦੇ ਮਗਰ ਲੱਗ ਜਾਂਦੀ ਹੈ ਤੇ ਅਖੀਰ ਉਹ ਆਪ ਵੀ ਡੁੱਬ ਜਾਂਦੇ ਹਨ ਤੇ ਹੋਰਨਾਂ ਨੂੰ ਵੀ ਡੋਬਦੇ ਆ। ਮਾਇਆ ਦੀ ਲਾਲਚ ਕਰਕੇ ਬਈ ਜਨਤਾ ਮੇਰੇ ਮਗਰ ਲੱਗੇਗੀ ਤੇ ਮੈਨੂੰ ਕੁਝ ਦੇਵੇਗੀ। ਜਿਸ ਤਰ੍ਹਾਂ ਇੱਕ ਉਦਾਹਰਨ ਦੀ ਤੌਰ 'ਤੇ ਇੱਕ ਅੰਨਾ ਬੰਦਾ ਕਿਤੇ ਯਾਤਰਾ 'ਤੇ ਜਾਂਦਾ ਹੋਇਆ ਕੁਝ ਚੂਰੀ ਆਪਣੇ ਪੱਲੇ ਬੰਨ੍ਹ ਕੇ ਤੁਰ ਪਿਆ ਰਸਤੇ ਵਿੱਚ ਖਾਣ ਲਈ, ਪਰ ਅੱਗੋਂ ਜਾ ਕੇ ਕਹਿੰਦੇ ਉਸ ਨੂੰ ਰਸਤਾ ਭੁੱਲ ਗਿਆ, ਰਸਤਾ ਭਟਕ ਗਿਆ ਜੰਗਲ ਦੇ ਵਿੱਚ, ਉਹਨੂੰ ਰਸਤਾ ਨਾ ਲੱਭੇ। ਆਵਾਜ਼ਾਂ ਮਾਰਦਾ ਹੋਏ ਕੋਈ ਮੈਨੂੰ ਰਸਤਾ ਵਿਖਾ ਦਿਓ, ਮੈਨੂੰ ਦਿਸਦਾ ਨਹੀਂ। ਤਾਂ ਉਹਦੇ ਕੋਲ ਇੱਕ ਮਨੁੱਖ ਆ ਗਿਆ। ਜਦੋਂ ਉਹ ਮਨੁੱਖ ਆਇਆ ਉਹ ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਯਾਰ ਮੈਨੂੰ ਦਿਸਦਾ ਨਹੀਂ, ਤੂੰ ਮੈਨੂੰ ਰਸਤਾ ਦੱਸ ਦੇ। ਉਹ ਕਹਿੰਦਾ ਰਸਤਾ ਮੈਂ ਤੈਨੂੰ ਦੱਸ ਦੇਵਾਂਗਾ, ਪਰ ਤੂੰ ਮੈਨੂੰ ਕੀ ਦੇਂਗਾ ਇਹਦੇ ਵੱਟੇ? ਤਾਂ ਗੁਰੂ ਪਿਆਰਿਓ ਉਹ ਕਹਿਣ ਲੱਗਿਆ ਮੇਰੇ ਕੋਲ ਤਾਂ ਕੁਛ ਵੀ ਨਹੀਂ ਆ, ਚੂਰੀ ਆ, ਇਹਦੇ ਵਿੱਚੋਂ ਤੂੰ ਖਾ ਲਈ। ਕਹਿਣ ਲੱਗਿਆ ਚੱਲ ਠੀਕ ਹੈ, ਤੂੰ ਮੈਨੂੰ ਚੂਰੀ ਖਵਾ ਦੇਈਂ ਅਤੇ ਮੈਂ ਤੈਨੂੰ ਰਸਤਾ ਦੱਸ ਦਿਆਂਗਾ। ਅਤੇ ਉਸ ਨੇ ਕਹਿੰਦੇ ਉਹ ਚੂਰੀ ਖੋਲ੍ਹੀ ਅਤੇ ਖਾਣੀ ਸ਼ੁਰੂ ਕਰ ਦਿੱਤੀ, ਖਾ ਗਿਆ। ਕਹਿਣ ਲੱਗਿਆ ਚੱਲ ਹੁਣ ਤੂੰ ਮੈਨੂੰ ਰਸਤਾ ਦੱਸ ਦੇ। ਕਹਿੰਦੇ ਚੱਲ ਗਏ ਅਤੇ ਉਸ ਦੀ ਬਾਂਹ ਫੜ ਕੇ ਤੁਰ ਪਿਆ। ਅੱਗੋਂ ਕਹਿੰਦੇ ਇੱਕ ਟੋਹਾ ਆ ਗਿਆ, ਖੱਡਾ ਆ ਗਿਆ। ਕਹਿੰਦੇ ਦੋਨੇ ਹੀ ਉਸ ਖੱਡੇ ਦੇ ਵਿੱਚ, ਉਸ ਟੋਹੇ ਦੇ ਵਿੱਚ ਡਿੱਗ ਪਏ। ਜਦ ਡਿੱਗੇ ਉਹ ਜਿਹੜਾ ਅੰਨਾ ਬੰਦਾ ਸੀ ਜਿਹਦੀ ਚੂਰੀ ਦੂਜਾ ਬੰਦਾ ਖਾ ਗਿਆ ਸੀਗਾ, ਉਹ ਕਹਿੰਦਾ ਯਾਰ ਤੂੰ ਇਹ ਕੀ ਕੀਤਾ? ਤੂੰ ਮੈਨੂੰ ਟੋਹੇ ਵਿੱਚ ਡਿੱਗ ਦਿੱਤਾ, ਖੱਡੇ 'ਚ ਡਿੱਗ ਦਿੱਤਾ। ਕਹਿੰਦਾ ਕੋਈ ਨਹੀਂ, ਘਬਰਾ ਨਾ, ਮੈਂ ਵੀ ਇਹਦੇ ਵਿੱਚ ਡਿੱਗ ਪਿਆ ਹਾਂ। ਉਹ ਕਹਿੰਦਾ ਵੀ ਤੂੰ ਕਿਵੇਂ ਡਿੱਗ ਪਿਆ? ਤੈਨੂੰ ਤਾਂ ਦਿਸਦਾ ਹੋਣਾ। ਕਹਿੰਦਾ ਨਹੀਂ ਮੈਨੂੰ ਵੀ ਨਹੀਂ ਦਿਸਦਾ, ਮੈਂ ਵੀ ਅੰਨਾ ਹੀ ਹਾਂ। ਕੋਈ ਸਤਨਾਮ ਸੀ। ਫਿਰ ਕਹਿੰਦਾ ਤੂੰ ਫਿਰ ਮੈਨੂੰ ਕਿਉਂ ਕਿਹਾ ਕਿ ਮੈਂ ਤੈਨੂੰ ਰਸਤਾ ਵਿਖਾਊਂਗਾ? ਕਹਿੰਦਾ ਬਸ ਤੇਰੀ ਚੂਰੀ ਦੇ ਲਾਲਚ ਵਿੱਚ ਕਹਿ ਬੈਠਾ, ਮੈਂ ਤੇਰੀ ਚੂਰੀ ਖਾਣੀ ਸੀ, ਮੈਨੂੰ ਵੀ ਭੁੱਖ ਲੱਗੀ ਸੀ, ਔਰ ਤੇਰੀ ਚੂਰੀ ਦੇ ਲਾਲਚ ਵਿੱਚ ਮੈਂ ਕਹਿ ਬੈਠਾ ਕਿ ਮੈਂ ਤੈਨੂੰ ਰਸਤਾ ਵਿਖਾ ਦਿਆਂਗਾ, ਪਰ ਮੈਨੂੰ ਵੀ ਦਿਸਦਾ ਨਹੀਂ। ਐਸੇ ਸੰਸਾਰ ਦੇ ਵਿੱਚ ਲੋਕ ਹਨ। ਬਾਬਾ ਜੀ ਕਹਿੰਦੇ ਮਹੱਲਾ ਪਹਿਲਾ, ਜਾਹੋ ਨਾਹੀ ਤਾਂ ਕਿਆ ਆਖਾਂ, ਕਿਹੋ ਨਾਹੀ ਕਿਆ ਹੋਵਾਂ। ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਦੋਵਾਂ। ਆਪ ਨਾ ਬੁੱਝਾਂ ਲੋਕ ਬੁਝਾਈ। ਕਾਜੀ ਸਿਫਤ ਕਰਦਾ ਕਿ ਤੁਸੀਂ ਬੜੇ ਗਿਆਨੀ ਹੋ, ਪਰ ਬਾਬਾ ਜੀ ਹੰਕਾਰ ਤੋਂ ਬਚਣ ਵਾਸਤੇ ਗਾਈਡ ਕਰਦੇ ਆ, ਨਹੀਂ ਮੈਂ ਗਿਆਨੀ ਨਹੀਂ। ਇਹ ਤਾਂ ਜਿਵੇਂ ਪਰਮੇਸ਼ਰ ਮੈਨੂੰ ਬੁਲਾਉਂਦਾ ਮੈਂ ਉਵੇਂ ਬੋਲੀ ਜਾਂਦਾ ਹਾਂ। ਭਾਵ ਹੰਕਾਰ ਤੋਂ ਬਚਣ ਵਾਸਤੇ ਐਸੇ ਬਚਨ ਕਹਿਣੇ ਪੈਂਦੇ ਆ, ਭਾਵੇਂ ਕਿ ਖੁਦ ਪਰਮੇਸ਼ਰ ਹਨ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਜਿਵੇਂ ਪਰਮੇਸ਼ਰ ਬੁਲਾਉਂਦਾ ਮੈਂ ਉਵੇਂ ਬੋਲਦਾ ਹਾਂ। ਦੁਨੀਆ ਦੇ ਵਿੱਚ ਲੋਕ ਜਿਹੜੇ ਹਨ ਉਹ ਅੰਧੇ ਆਗੂ ਹਨ। ਅੰਧਾ ਆਗੂ ਜੇ ਥੀਐ, ਜੇ ਅੰਨ੍ਹੇ ਨੂੰ ਆਗੂ ਬਣਾ ਦਈਏ, ਜਿਹਨੂੰ ਖੁਦ ਨੂੰ ਗਿਆਨ ਨਹੀਂ, ਉਹ ਦੁਨੀਆ ਨੂੰ ਕਿਵੇਂ ਪਾਰ ਲਾਵੇਗਾ? ਉਹ ਆਪ ਤਾਂ ਡੁੱਬਦਾ ਹੈ, ਉਹਦੇ ਮਗਰ ਲੱਗੇ ਹੋਏ ਵੀ ਡੁੱਬ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਅੰਧਾ ਹੋਏ ਕਾ ਦੱਸੈ ਰਾਹ, ਸਭ ਸਮਹਾਏ ਸਾਥੈ। ਆਪ ਵੀ ਡੁੱਬਦਾ ਹੈ, ਆਪਣੇ ਸਾਥੀਆਂ ਨੂੰ ਵੀ ਡੋਬ ਲੈਂਦਾ।
ਅੱਗੇ ਗਿਆ ਮੋਹਿ ਮੋਹਿ ਪਾਹੇ ਸੋ ਐਸਾ ਆਗੂ ਜਾਪੈ। ਫਿਰ ਇਹ ਆਗੂ ਜਿਹੜਾ ਹੈ ਇਹੋ ਜਿਹਾ ਉਹ ਦਰਗਾਹ ਵਿੱਚ ਪਿਆ ਵੀ ਮੂੰਹ 'ਤੇ ਖਾਂਦਾ ਹੈ। ਮੋਹਿ ਮੋਹਿ ਪਾਹੇ ਭਾਵ ਆਪਣੇ ਮੂੰਹ 'ਤੇ ਜਿਹੜਾ ਹੈ ਪਰਮੇਸ਼ਰ ਦੇ ਦਰ 'ਤੇ ਜਾ ਕਰਕੇ ਜੁੱਤੀਆਂ ਖਾਂਦਾ, ਭਾਵ ਦੁੱਖ ਭੋਗਦਾ, ਜਮਦੂਤਾਂ ਦੇ ਵਸ ਪੈਂਦਾ। ਜਿਸ ਤਰ੍ਹਾਂ ਇੱਕ ਇੱਥੇ ਸਾਖੀ ਯਾਦ ਆਈ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੰਗਲ ਦੇ ਵਿੱਚ ਵਿਚਰ ਰਹੇ ਹਨ, ਸ਼ਿਕਾਰ ਖੇਡਣ ਗਏ ਆ, ਦੁਪਹਿਰਾ ਕੱਟ ਰਹੇ ਆ, ਕਿਸੇ ਦਰਖਤ ਦੇ ਹੇਠਾਂ ਬੈਠੇ, ਸਿੱਖ ਵੀ ਕੋਲ ਬੈਠੇ ਹੈ। ਅਤੇ ਕੀ ਵੇਖਿਆ, ਇੱਕ ਮੋਟਾ ਸੱਪ ਜਿਹੜਾ ਹੈ ਸਾਹਮਣਿਓ ਆ ਰਿਹਾ ਅਤੇ ਸਿੱਖ ਉੱਠ ਕੇ ਉਸ ਨੂੰ ਮਾਰਨ ਲੱਗੇ। ਪਾਤਸ਼ਾਹ ਕਹਿੰਦੇ ਠਹਿਰੋ ਠਹਿਰੋ, ਮਾਰੋ ਨਾ, ਇਸ ਨੂੰ ਆ ਜਾਣ ਦਿਓ ਮਾੜਾ ਜਿਹਾ। ਤੋ ਸਿੱਖ ਠਹਿਰ ਗਏ, ਦੇਖਣ ਲੱਗੇ ਕੌਤਕ, ਤੇ ਸੱਪ ਨੇੜੇ ਆਉਂਦਾ ਗਿਆ ਅਤੇ ਸੱਪ ਸਤਿਗੁਰਾਂ ਦੇ ਚਰਨਾਂ ਕੋਲ ਪਹੁੰਚ ਗਿਆ। ਅਤੇ ਸਤਿਗੁਰਾਂ ਨੇ ਆਪਣਾ ਸੱਜਾ ਪੈਰ ਉਹਦੇ ਸਿਰ 'ਤੇ ਰੱਖਿਆ ਅਤੇ ਜਿਉਂ ਹੀ ਰੱਖਿਆ ਸੱਪ ਜਿਹੜਾ ਸਰੀਰ ਛੱਡ ਗਿਆ। ਅਤੇ ਉਹਦੇ ਸਰੀਰ ਦੇ ਮਾਸ ਨੂੰ ਖਾਣ ਵਾਸਤੇ ਬਹੁਤ ਸਾਰੇ ਕੀੜੇ ਕੀੜੀਆਂ ਚੁੰਬੜੇ ਹੋਏ ਆ, ਉਸ ਦੇ ਮਾਸ ਨੂੰ ਖਾ ਰਹੇ ਸੀ। ਅਤੇ ਸੱਪ ਮਰਦਿਆਂ ਹੀ ਮੂਧਾ ਹੋ ਗਿਆ, ਅਤੇ ਜਿਹੜੇ ਕੀੜੀਆਂ ਕੀੜੇ ਚੁੰਬੜੇ ਹੋਏ ਸੀ ਖਾਣ ਵਾਸਤੇ ਉਹ ਵੀ ਸਾਰੇ ਮਰ ਗਏ। ਸਿੱਖਾਂ ਨੇ ਕੌਤਕ ਵੇਖਿਆ, ਹੈਰਾਨ ਹੋਏ, ਮਹਾਰਾਜ ਇਹ ਕੀ ਬਣਿਆ? ਇਹ ਤੁਹਾਡੇ ਚਰਨ ਲੱਗਦਿਆਂ ਹੀ ਸੱਪ ਤਾਂ ਮਰ ਗਿਆ, ਪਰ ਕੀੜੀਆਂ ਕਿਵੇਂ ਮਰ ਗਈਆਂ? ਇਹਨਾਂ 'ਤੇ ਪੈਰ ਵੀ ਨਹੀਂ ਧਰਿਆ। ਪਾਤਸ਼ਾਹ ਕਹਿੰਦੇ ਇਸੇ ਨੂੰ ਪੁੱਛ ਲੈਂਦੇ ਆ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਓਏ ਕੌਣ ਹੈ ਤੂੰ? ਅਤੇ ਕਹਿੰਦੇ ਉਹ ਸੱਪ ਦੀ ਰੂਹ ਜਿਹੜੀ ਆ ਸਤਿਗੁਰਾਂ ਦੇ ਸਾਹਮਣੇ ਆ ਕੇ ਖੜ੍ਹ ਗਈ ਦਿਵਿਆ ਰੂਪ ਧਾਰ ਕੇ, ਕਿਉਂਕਿ ਰੂਹਾਂ ਸਭ ਦੀਆਂ ਇੱਕੋ ਜਿਹੀਆਂ ਹੀ ਆ। ਇਹ ਜਦੋਂ ਰੂਹ ਪਰਮੇਸ਼ਰ ਦੇ ਚਰਨਾਂ 'ਚ ਮਿਲਦੀ ਹੈ ਉਦੋਂ ਹੀ ਇਹ ਦਿਵਿਆ ਰੂਪ ਬਣਾ ਕੇ ਪਰਮੇਸ਼ਰ ਦੇ ਵੱਲ ਜਾਂਦੀ ਹੈ। ਜਦੋਂ ਗੁਰੂ ਦੇ ਲੜ ਲੱਗਦੀ ਹੈ, ਉਹ ਸਾਹਮਣੇ ਖੜ੍ਹ ਗਿਆ। ਕਹਿੰਦੇ ਇੱਕ ਸਾਧ ਆ ਕੇ ਸੂਖਮ ਰੂਪ ਦੇ ਵਿੱਚ ਆਵਾਜ਼ ਆਈ, ਕੌਣ ਹੈ ਤੂੰ? ਕਹਿਣ ਲੱਗਿਆ ਮੈਂ ਇੱਕ ਪਖੰਡੀ ਸਾਧ ਹਾਂ ਮਹਾਰਾਜ। ਕੋਈ ਸਮਾਂ ਸੀ, ਬੜੀ ਜਨਤਾ ਮੇਰੇ ਮਗਰ ਲੱਗੀ ਹੋਈ ਸੀ, ਔਰ ਮੈਂ ਉਹਨਾਂ ਨੂੰ ਧੀਰਜ ਦਿੱਤਾ ਸੀ, ਆਸ਼ਵਾਸਨ ਦਿੱਤਾ ਸੀ ਮੁਕਤ ਕਰਨ ਦਾ, ਪਾਰ ਲਾਉਣ ਦਾ, ਪਰ ਮੈਂ ਖੁਦ ਗੁਰੂ ਵਾਲਾ ਬਣਿਆ ਨਹੀਂ, ਖੁਦ ਗੁਰਮਤਿ ਨੂੰ ਗ੍ਰਹਿਣ ਨਹੀਂ ਕੀਤਾ। ਜਨਤਾ ਦੀਆਂ ਮਲਾਈਆਂ ਖਾਧੀਆਂ, ਜਨਤਾ ਦੇ ਵਸਤੂਆਂ ਖਾਧੀਆਂ, ਜਨਤਾ ਦੇ ਸੁੱਖਾਂ ਨੂੰ ਭੋਗਿਆ, ਜਨਤਾ ਦਾ ਬੜਾ ਸ਼ੋਸ਼ਣ ਕੀਤਾ, ਜਨਤਾ ਦੀ ਦਿੱਤੀ ਹੋਈ ਮਾਇਆ ਖਜ਼ਾਨੇ ਬੜੇ ਜੋੜੇ, ਪਰ ਅੰਤ ਵੇਲੇ ਮੇਰਾ ਧਿਆਨ ਜਿਹੜਾ ਖਜ਼ਾਨਿਆਂ ਵਿੱਚ ਰਹਿ ਗਿਆ, ਉਸ ਮਾਇਆ ਵਿੱਚ ਰਹਿ ਗਿਆ, ਜਿਸ ਕਰਕੇ ਮੈਨੂੰ ਇਹ ਸੱਪ ਦੀ ਜੂਨ ਮਿਲ ਗਈ। ਬੜੇ ਲੰਬੇ ਸਮੇਂ ਤੋਂ ਮੈਂ ਇਸ ਅਜਗਰ ਸੱਪ ਦੇ ਵਿੱਚ ਜੂਨੀ ਨੂੰ ਭੋਗ ਰਿਹਾ ਸੀ, ਇਹ ਛੁੱਟਦੀ ਵੀ ਨਹੀਂ ਸੀ। ਅੰਤਕਾਲ ਜੇ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ, ਜੇ ਮਰੇ ਸਰਪ ਜੋਨ ਬਲ ਬਲ ਉਤਰੇ। ਮਹਾਰਾਜ ਮੇਰਾ ਉਧਾਰ ਨਹੀਂ ਹੋਇਆ, ਮੈਂ ਸੱਪ ਬਣ ਗਿਆ। ਅਤੇ ਜਿਹੜੇ ਮੇਰੇ ਚੇਲੇ ਸੀ, ਜਿਨ੍ਹਾਂ ਦਾ ਮੈਂ ਸ਼ੋਸ਼ਣ ਕੀਤਾ ਸੀ, ਜਿਨ੍ਹਾਂ ਦੀ ਲੈ ਕੇ ਮਾਇਆ ਇਕੱਠੀ ਕੀਤੀ, ਜਿਨ੍ਹਾਂ ਦਾ ਪੈਸਾ ਧਨ ਜੋੜਿਆ, ਜਿਨ੍ਹਾਂ ਦੀਆਂ ਦੁੱਧ ਮਲਾਈਆਂ ਖਾਧੀਆਂ ਪੀਤੀਆਂ, ਹੁਣ ਅਗਲਿਆਂ ਨੇ ਹਿਸਾਬ ਤਾਂ ਮੰਗਣਾ ਹੀ ਸੀਗਾ। ਜਦੋਂ ਮੇਰੀ ਮੁਕਤੀ ਨਹੀਂ ਹੋਈ ਅਤੇ ਇਹ ਜਿਹੜੀਆਂ ਕੀੜੀਆਂ ਇਹ ਮੇਰੇ ਚੇਲੇ ਆ ਸਾਰੇ, ਇਹਨਾਂ ਦੀ ਮੁਕਤੀ ਵੀ ਨਹੀਂ ਹੋਈ, ਅਤੇ ਹਿਸਾਬ ਕਰਨ ਵਾਸਤੇ ਮੇਰੇ ਨਾਲ ਇਹ ਮੇਰਾ ਮਾਸ ਖਾਣ ਲੱਗੇ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਮਹਾਰਾਜ ਨਾ ਮੇਰਾ ਉਧਾਰ ਹੋਇਆ, ਨਾ ਇਹਨਾਂ ਦਾ ਹੋਇਆ, ਅਤੇ ਅੱਜ ਕਿਰਪਾ ਹੋਈ, ਮੈਂ ਤੁਹਾਡੇ ਚਰਨੀ ਆ ਕੇ ਲੱਗਿਆ, ਮੇਰਾ ਵੀ ਸਰੀਰ ਛੁੱਟ ਗਿਆ ਅਤੇ ਮੇਰੇ ਚੇਲਿਆਂ ਦਾ ਵੀ ਉਧਾਰ ਹੋ ਗਿਆ। ਜਿਵੇਂ ਜਦੋਂ ਭਾਈ ਮਹਾਂ ਸਿੰਘ ਜੀ ਗੁਰੂ ਸਾਹਿਬ ਦੇ ਚਰਨੀ ਲੱਗਿਆ ਦੁਬਾਰਾ ਮੁਕਤਸਰ ਸਾਹਿਬ ਵਿਖੇ, ਜਦੋਂ ਪਾਤਸ਼ਾਹ ਜੀ ਟਿੱਬੀ ਤੋਂ ਉਤਰ ਕੇ ਭਾਈ ਮਹਾਂ ਸਿੰਘ ਦੇ ਕੋਲ ਆਉਂਦੇ ਆ, ਜਦੋਂ ਮਹਾਂ ਸਿੰਘ ਵਾਰ-ਵਾਰ ਦੁਆਰਾ ਬੇਨਤੀ ਕਰਦਾ, ਜੀ ਟੁੱਟੀ ਗੰਢ ਲਓ, ਸਾਨੂੰ ਆਪਣੇ ਸਿੱਖ ਬਣਾ ਲਓ, ਅਸੀਂ ਬੇਦਾਵਾ ਲਿਖ ਕੇ ਗਲਤੀ ਕੀਤੀ ਆ। ਅਤੇ ਜਦੋਂ ਹੀ ਗੁਰੂ ਸਾਹਿਬ ਨੇ ਬੇਦਾਵਾ ਪਾੜ ਕੇ ਕਿਹਾ ਟੁੱਟੀ ਗੰਢੀ, ਉਦੋਂ ਹੀ ਜਿੱਥੇ ਮਹਾਂ ਸਿੰਘ ਛੁੱਟ ਗਿਆ ਉੱਥੇ ਉਹਦੇ ਸਾਥੀ ਵੀ ਛੁੱਟ ਗਏ, ਸਾਰੇ ਮੁਕਤ ਹੋ ਗਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਠ ਹੈ, ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਇਉਂ ਉਸ ਅਜਗਰ ਸੱਪ ਦੀ ਰੂਹ ਜਿਹੜੀ ਆ ਸਤਿਗੁਰ ਨਮਸਕਾਰ ਕਰਦੀ ਹੋਈ ਸੱਚਖੰਡ ਚਲੀ ਗਈ, ਸਤਿਗੁਰ ਦੇ ਚਰਨੀ ਲੱਗ ਕੇ। ਇਸੇ ਤਰ੍ਹਾਂ ਹੀ ਭਾਈ ਮਹਾਂ ਸਿੰਘ ਹੋਰਾਂ ਦਾ ਉਧਾਰ ਹੋਇਆ। ਮਾਝੇ ਦੇ ਲੋਕਾਂ ਦਾ ਉਹ ਕਲੰਕ ਧੋਤਾ ਗਿਆ, ਜਿਹੜਾ ਭਾਈ ਮਹਾਂ ਸਿੰਘ ਨੇ ਬੇਨਤੀ ਕਰਕੇ ਬੇਦਾਵਾ ਪੜਵਾ ਦਿੱਤਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਆਓ
ਉਸ ਪਰਮੇਸ਼ਰ ਦੇ ਲੜ ਲੱਗੀਏ, ਸੱਚ ਦੇ ਨਾਲ ਜੁੜੀਏ, ਗੁਰਮਤਿ ਦਾ ਗਿਆਨ ਗ੍ਰਹਿਣ ਕਰੀਏ, ਗਿਆਨ ਨੂੰ ਪ੍ਰਾਪਤ ਕਰੀਏ, ਕਰਮਕਾਂਡ ਪਖੰਡਾਂ ਦੇ ਵਿੱਚੋਂ ਨਿਕਲੀਏ। ਪਾਤਸ਼ਾਹ ਜੀ ਆਖਰੀ ਪੰਕਤੀ ਵਿੱਚ ਕਹਿ ਰਹੇ ਸੀਗੇ, ਐਸੇ ਆਗੋ ਦਰਗਾਹ ਦੇ ਵਿੱਚ ਫਿਰ ਮੋਹੇ ਮੋਹੇ ਪਾਹੇ ਮੂੰਹ ਤੇ ਖਾਂਦੇ ਹਨ ਭਾਵ ਜੁੱਤੀਆਂ, ਭਾਵ ਜਮਾਂ ਦੇ ਵਸ ਪੈ ਕੇ ਸਜ਼ਾ ਭੋਗਦੇ ਆ। ਐਸਾ ਆਗੂ ਜਾਪੈ ਦੁਨੀਆ ਵਿੱਚ, ਐਸੇ ਐਸੇ ਆਗੂ ਹਨ। ਖੈਰ ਇਹ ਸੀ ਸਲੋਕਾਂ ਦੇ ਵਿਚਾਰ। ਅਗਲੀ ਪੌੜੀ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।